ਅਗਨੀਵੀਰ ਦਾ 4 ਸਾਲ ਵਾਲਾ ਮਾਡਲ ਅਪਣਾਉਣ ਤੋਂ ਪਹਿਲਾਂ ਸਰਕਾਰ ਨੇ ਹੋਰ ਕਈ ਤਰ੍ਹਾਂ ਦੇ ਮਾਡਲਾਂ ਤੇ ਵਿਚਾਰ ਕਰਕੇ ਦੇਖਿਆ। ਉਹ ਮਾਡਲ ਕਿਹੜੇ-ਕਿਹੜੇ ਸਨ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਦੇ ਸ਼ੁਰੂ ਕੀਤੀ ਨਵੀਂ ਫੌਜ ਭਰਤੀ ਯੋਜਨਾ ਅਗਨੀਵੀਰ, ਜਿਹਦਾ ਟੈਕਨੀਕਲ ਨੇਮ ਹੈ ਟੂਰ ਆਫ ਡਿਊਟੀ। ਇਹਦੇ ਚ ਮੁੰਡੇ ਕੁੜੀਆਂ ਨੂੰ ਕਿੰਨੇ ਸਾਲ ਲਈ ਭਰਤੀ ਕੀਤਾ ਜਾਊਗਾ, ਤਨਖਾਹ ਤੇ ਪੈਨਸ਼ਨ ਦੇਣਗੇ ਜਾਂ ਨਹੀਂ, ਤੇ ਬੇਰੋਜ਼ਗਾਰ ਨੌਜਵਾਨਾਂ ਨੇ ਇਹਦੇ ਵਿਰੋਧ ਵਿੱਚ ਕਿੱਥੇ ਪ੍ਰਦਰਸ਼ਨ ਕੀਤਾ। ਇਹ ਸਭ ਤਾਂ ਤੁਸੀਂ ਪਿਛਲੇ 1 ਹਫ਼ਤੇ ਤੋਂ ਹਰ ਪਾਸੇ ਦੇਖ ਰਹੇ ਹੋ, ਪਰ ਇੱਥੇ ਸਕਸੈਸ ਦਾਰਾ ਚੈਨਲ ਤੇ ਆਪਾਂ ਹਮੇਸ਼ਾ ਦੀ ਤਰ੍ਹਾਂ ਉਹ ਜਾਣਕਾਰੀ ਸਾਂਝੀ ਕਰਾਂਗੇ ਜੋ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗੀ। ਸਰਕਾਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਸ ਐਲਾਨ ਤੋਂ ਬਾਅਦ ਵਿੱਚ ਬਵਾਲ ਹੋਣਾ ਹੀ ਹੈ, ਪਰ ਫਿਰ ਵੀ ਇਸ ਪਲਾਨ ਨੂੰ ਕਿਉਂ ਲਾਂਚ ਕੀਤਾ ਗਿਆ ਤੇ ਇਸ ਮਾਡਲ ਦੇ ਚੈਨ ਤੋਂ ਪਹਿਲਾਂ ਬੈਕਗ੍ਰਾਉਂਡ ਦੇ ਵਿੱਚ ਕੀ ਸਟੋਰੀ ਚੱਲਦੀ ਰਹੀ ਤੇ ਇਸ ਮਾਡਲ ਦਾ ਅਸਰ ਕੀ ਪਊਗਾ ਸਾਡੇ ਦੇਸ਼ ਦੀ ਸੁਰੱਖਿਆ ਤੇ, ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ, ਤਾਂ ਜੋ ਸਾਡੀ ਕੌਮ ਤੇ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਇਸੇ ਤਰ੍ਹਾਂ ਤੁਹਾਡੇ ਤੱਕ ਪਹੁੰਚਦੇ ਰਹਿਣ। ਅੱਜ ਦੇ ਸਮੇਂ ਭਾਰਤ ਸਰਕਾਰ ਦਾ ਡਿਫੈਂਸ ਬਜਟ ਅਰਬਾਂ ਖਰਬਾਂ ਰੁਪਈਆਂ ਦਾ ਹੈ। ਸੁਣਨ ਵਿੱਚ ਇਹ ਰਕਮ ਬਹੁਤ ਵੱਡੀ ਲੱਗਦੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਇੰਨੀ ਵੱਡੀ ਰਕਮ ਦਾ ਲਗਭਗ ਅੱਧਾ ਹਿੱਸਾ ਸਿਰਫ ਫੌਜੀ ਵੀਰਾਂ ਦੀ ਤਨਖਾਹ ਤੇ ਪੈਨਸ਼ਨ ਤੇ ਹੀ ਖਰਚ ਹੋ ਜਾਂਦਾ ਹੈ, ਤੇ ਬਾਕੀ ਦੇ ਬਚੇ ਅੱਧੇ ਹਿੱਸੇ ਚੋਂ ਹੀ ਨਵੇਂ ਹਥਿਆਰ ਖਰੀਦਣਾ, ਨਵੀਂ ਇਨੋਵੇਸ਼ਨ ਕਰਨਾ, ਵੱਡੇ ਸਾਧਨਾਂ ਦੇ ਫਿਊਲ ਤੇ ਛਾਉਣੀਆਂ ਦੇ ਖਰਚ, ਇਹ ਸਭ ਚੱਲਦੇ ਹਨ। ਸਰਕਾਰ ਭਾਵੇਂ ਇਸ ਫੈਸਲੇ ਨੂੰ ਇਤਿਹਾਸਿਕ ਦੱਸ ਕੇ ਜਿੰਨੀਆਂ ਮਰਜ਼ੀ ਮਹਾਨ ਬਣਨ ਦੀਆਂ ਸ਼ੇਖੀਆਂ ਮਾਰ ਲਵੇ, ਪਰ ਅਸਲ ਕਾਰਨ ਤਾਂ ਇਹੀ ਹੈ ਅਗਨੀਵੀਰਾਂ ਨੂੰ ਭਰਤੀ ਕਰਨ ਦਾ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਆਪਣੇ ਖਰਚਿਆਂ ਦਾ ਭਾਰ ਹੌਲਾ ਕਰਨਾ ਚਾਹੁੰਦੀ ਹੈ। ਫਿਰ ਭਾਵੇਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਹੀ ਕਿਉਂ ਨਾ ਹੋਵੇ। 17.5-18 ਸਾਲ ਦੀ ਉਮਰ ਵਿੱਚ ਭਰਤੀ ਹੋ ਜਾਓ ਤੇ 22 ਸਾਲ ਦੀ ਉਮਰ ਵਿੱਚ ਰਿਟਾਇਰ, ਉਹ ਵੀ ਬਿਨਾਂ ਪੈਨਸ਼ਨ ਦੇ। 4 ਸਾਲ ਬਾਅਦ ਸਿਰਫ 25% ਨੂੰ ਹੀ ਅੱਗੇ ਰਿਟੇਨ ਕੀਤਾ ਜਾਊਗਾ, ਬਾਕੀ ਆਪੋ ਆਪਣੇ ਘਰੋਂ ਘਰੀ। ਪਹਿਲਾਂ ਆਪਣੇ ਵਰਗੇ ਮਿਡਲ ਕਲਾਸ ਪਰਿਵਾਰਾਂ ਵਿੱਚ ਮੁੰਡਾ ਫੌਜ 'ਚ ਭਰਤੀ ਹੋ ਜਾਂਦਾ ਸੀ ਤਾਂ ਹੱਥੋਂ ਦਾ ਰਿਸ਼ਤਾ ਹੋ ਜਾਂਦਾ ਸੀ, ਪਰ ਹੁਣ ਭਰਤੀ ਹੋਣ ਤੋਂ ਬਾਅਦ ਵੀ ਹੋਊਗਾ ਸਿਰਫ ਇੰਤਜ਼ਾਰ ਕਿ 4 ਸਾਲਾਂ ਬਾਅਦ ਮੁੰਡਾ ਪੱਕਾ ਹੁੰਦਾ ਹੈ ਜਾਂ ਨਹੀਂ। ਤੇ ਜੇ ਉਹ ਇੰਨਾ ਖੁਸ਼ਕਿਸਮਤ ਨਾ ਹੋਇਆ ਕਿ 25% ਵਿੱਚ ਸ਼ਾਮਿਲ ਹੋ ਸਕੇ, ਤਾਂ ਫਿਰ ਪੂਰੀ ਜ਼ਿੰਦਗੀ ਅੱਗੇ ਨੌਕਰੀਆਂ ਦੇਣ ਵਾਲੇ ਸਮਾਜ ਤੇ ਪਰਿਵਾਰ ਇਹ ਸਾਰੇ ਇਹ ਸਵਾਲ ਕਰਦੇ ਰਹਿਣਗੇ ਕਿ ਤੁਸੀਂ ਸ਼ਾਇਦ ਜ਼ਿੰਮੇਵਾਰੀ ਨਾਲ ਨੌਕਰੀ ਹੀ ਨਹੀਂ ਕੀਤੀ, ਤਾਂ ਹੀ 25% ਵਿੱਚ ਸ਼ਾਮਲ ਨਹੀਂ ਹੋ ਪਾਏ। ਫੌਜ ਵਿੱਚ ਭਰਤੀ ਦਾ ਪੈਟਰਨ ਹੁਣ ਵੀ ਉਹੀ ਰਹੂਗਾ, ਉਨੀ ਹੀ ਮਿਹਨਤ ਕਰਨੀ ਪਊਗੀ, ਪਰ ਹੁਣ ਸਿਲੈਕਸ਼ਨ ਤੋਂ ਬਾਅਦ ਇੱਕ ਆਮ ਘਰ ਦੇ ਬੱਚੇ ਦਾ ਤੇ ਉਹਦੇ ਪਰਿਵਾਰ ਦਾ ਸੰਘਰਸ਼ ਖਤਮ ਨਹੀਂ ਹੋਊਗਾ। ਠੀਕ ਹੈ ਕਿ ਸਕੀਮ ਦਾ ਪੁਰਜ਼ੋਰ ਵਿਰੋਧ ਹੋਣ ਤੋਂ ਬਾਅਦ ਹੜਬੜੀ ਵਿੱਚ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ 10% ਰਾਖਵੇਂ ਕੋਟੇ ਦਾ ਐਲਾਨ ਕਰ ਦਿੱਤਾ, ਪਰ ਜਦੋਂ ਇੱਕ ਵਾਰ ਭਰਤੀ ਹੋਣ ਲਈ ਬੱਚੇ ਨੇ ਮਿਹਨਤ ਕਰ ਲਈ, ਉਹ ਸਫਲ ਵੀ ਹੋ ਗਿਆ, ਫਿਰ ਉਸੇ ਅਹੁਦੇ ਦੀ ਨੌਕਰੀ ਲਈ ਉਹ ਦੁਬਾਰਾ ਮਿਹਨਤ ਕਿਉਂ ਕਰੇ। ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਦੱਸਾਂ ਤਾਂ ਇਸ ਸਮੇਂ ਆਰਮੀ ਵਿੱਚ ਕੁੱਲ 6 ਲੱਖ ਸਿਵਿਲੀਅਨ ਮੁਲਾਜ਼ਮ ਭਰਤੀ ਹਨ। ਸਿਵਿਲੀਅਨ ਮਤਲਬ ਬਾਬੂ, ਚਪਰਾਸੀ ਤੇ ਇਦਾਂ ਦੇ ਕਲੈਰੀਕਲ ਅਫਸਰ। ਇਹਨਾਂ ਦੀ ਤਨਖਾਹ ਵੀ ਜ਼ਿਆਦੀ ਹੈ, ਟਾਈਮ ਤੇ ਪ੍ਰਮੋਸ਼ਨ ਵੀ ਮਿਲ ਜਾਂਦਾ ਹੈ। ਰਿਟਾਇਰਮੈਂਟ ਦੀ ਉਮਰ ਵੀ 60 ਸਾਲ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਵੀ। ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ, ਪਰ ਜੇ ਦਫ਼ਤਰ 'ਚ ਬੈਠੇ ਨੂੰ ਇਹ ਸਾਰੇ ਲਾਭ ਮਿਲ ਰਹੇ ਹਨ ਤਾਂ ਜਿਹੜੇ ਬਾਰਡਰ ਤੇ ਜਾਨ ਦੀ ਬਾਜੀ ਲਾ ਰਹੇ ਹਨ ਉਹਨਾਂ ਨੂੰ ਕਿਉਂ ਨਹੀਂ। ਮੈਨੂੰ ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਕਰ ਕੀ ਰਹੀ ਹੈ। ਕਹਿੰਦੇ ਫੌਜ ਦਾ ਬਜਟ ਘੱਟ ਹੈ, ਜੇ ਘੱਟ ਹੈ ਤਾਂ ਫਿਰ ਵਧਾਉਂਦੇ ਕਿਉਂ ਨਹੀਂ। ਮਹਿੰਗਾਈ ਦਾ ਅਸਰ ਤਾਂ ਹਰ ਪਾਸੇ ਹੋ ਰਿਹਾ ਹੈ। ਜੇ ਆਮ ਜਨਤਾ ਲਈ ਡੀਜ਼ਲ ਦੇ ਰੇਟ ਵੱਧ ਰਹੇ ਹਨ ਤਾਂ ਫੌਜ ਕਿਹੜਾ ਡੀਜ਼ਲ ਨਹੀਂ ਵਰਤਦੀ। ਜੇ ਆਟਾ ਦਾਲ ਮਹਿੰਗਾ ਹੋਇਆ ਹੈ ਤਾਂ ਹਥਿਆਰ ਵੀ ਤਾਂ ਮਹਿੰਗੇ ਹੋਏ ਹੋਣਗੇ। ਪਾਕਿਸਤਾਨ ਵਰਗੇ ਭੁੱਖਮਰੀ ਵਾਲੇ ਦੇਸ਼ ਨੇ ਵੀ ਪਿਛਲੇ 1-2 ਸਾਲਾਂ ਦੇ ਵਿੱਚ ਹੀ ਆਪਣੇ ਡਿਫੈਂਸ ਬਜਟ ਨੂੰ 17% ਤੱਕ ਵਧਾ ਦਿੱਤਾ। ਅਮਰੀਕਾ, ਚੀਨ ਦੀ ਤਾਂ ਗੱਲ ਹੀ ਛੱਡ ਦਿਓ। ਜੇ ਤੁਸੀਂ ਜਮਾਂ ਹੀ ਝੱਗਾ ਚੱਕੀ ਖੜੇ ਹੋ ਕਿ ਸਾਡੇ ਕੋਲ ਕੁਝ ਨਹੀਂ ਹੈ, ਤਾਂ ਫਿਰ ਕੀ ਲੋੜ ਸੀ ਹਜ਼ਾਰਾਂ ਕਰੋੜ ਰੁਪਇਆ ਲਾ ਕੇ ਵੱਡੇ ਬੁੱਤ ਖੜੇ ਕਰਨ ਦੀ। ਕਿੰਨਿਆਂ ਨੂੰ ਰੋਜ਼ਗਾਰ ਮਿਲਿਆ ਉਸ ਬੁੱਤ ਤੋਂ। ਕੀ ਲੋੜ ਸੀ 800 ਕਰੋੜ ਰੁਪਇਆ ਲਾ ਕੇ ਨਵਾਂ ਸੰਸਦ ਭਵਨ ਤਿਆਰ ਕਰਨ ਦੀ। ਕਿਉਂ ਤੀਜੇ ਇੱਕ ਦਿਨ ਨਵੇਂ ਧਾਰਮਿਕ ਸਥਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹਨਾਂ ਨੂੰ ਕੌਣ ਸਮਝਾਵੇ ਕਿ ਕੋਈ ਧਰਮ ਖਤਰੇ ਵਿੱਚ ਨਹੀਂ ਹੈ। ਜਿਹੋ ਜਿਹੇ ਹਿੰਦੂ, ਮੁਸਲਮਾਨ, ਸਿੱਖ ਆਪਣੇ ਆਸੇ-ਪਾਸੇ ਰਹਿੰਦੇ ਹਨ, ਅਸਲ ਵਿੱਚ ਲੋਕ ਇਹੋ ਜਿਹੇ ਹੁੰਦੇ ਹਨ। ਉਹ ਵੀ ਆਪਣੇ ਪਰਿਵਾਰ ਦੇ ਨਾਲ ਸੁੱਖ ਸ਼ਾਂਤੀ ਨਾਲ ਜੀਵਨ ਜੀਣਾ ਚਾਹੁੰਦੇ ਹਨ। ਪਰ ਨਹੀਂ, ਧਰਮ ਦੀ ਗੱਲ ਕਰਨ ਨਾਲ ਤਾਂ ਵੋਟਾਂ ਮਿਲਦੀਆਂ ਹਨ। ਫੌਜੀਆਂ ਨੇ ਕਿਹੜਾ ਵੋਟਾਂ ਦੇਣੀਆਂ, ਪਰ ਸ਼ਾਇਦ ਉਹ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਫੌਜੀ ਵੋਟ ਨਹੀਂ, ਜਾਨ ਦਿੰਦੇ ਹਨ। ਕਦੀ ਬਾਰਡਰਾਂ ਤੇ, ਕਦੀ ਕਿਸੇ ਦਰਿਆ ਦੇ ਕੰਢੇ ਤੇ ਕਦੀ ਜੰਗਲਾਂ ਵਿੱਚ। ਤੇ ਹੁਣ ਸਵਾਲ ਉੱਠਦਾ ਹੈ 6 ਮਹੀਨੇ ਦੀ ਟ੍ਰੇਨਿੰਗ ਦਾ ਜੋ ਇਹਨਾਂ ਅਗਨੀਵੀਰਾਂ ਨੂੰ ਦਿੱਤੀ ਜਾਊਗੀ। ਕੀ ਸਿਰਫ 6 ਮਹੀਨੇ ਦੀ ਟ੍ਰੇਨਿੰਗ ਨਾਲ ਕੋਈ ਫੌਜੀ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ? ਆਰਮੀ ਟ੍ਰੇਨਿੰਗ ਸਿਸਟਮ ਦੇ ਮਾਹਰ ਦੱਸਦੇ ਹਨ ਕਿ ਇੱਕ ਜਵਾਨ ਨੂੰ ਸਰੀਰਕ ਤੇ ਮਾਨਸਿਕ ਪੱਧਰ ਤੇ ਤਿਆਰ ਕਰਨ ਵਾਸਤੇ ਕਈ ਸਾਲ ਦਾ ਸਮਾਂ ਲੱਗ ਜਾਂਦਾ ਹੈ। ਟ੍ਰੇਨਿੰਗ ਇਕੱਲੇ ਹਥਿਆਰ ਚਲਾਉਣ ਤੱਕ ਸੀਮਿਤ ਨਹੀਂ ਹੁੰਦੀ। ਆਪਸੀ ਤਾਲਮੇਲ, ਜੰਗੀ ਚਾਲਾਂ ਤੇ ਦੁਸ਼ਮਣ ਦੀ ਰਣਨੀਤੀ ਪੜ੍ਹ ਕੇ ਤੇ ਉਹਦੇ ਮੁਤਾਬਕ ਆਪ ਦੀ ਰਣਨੀਤੀ ਬਣਾਉਣੀ,
ਇਹ ਸਭ ਸਿੱਖਣ ਤੋਂ ਬਾਅਦ ਹੀ ਇੱਕ ਫੌਜੀ ਪੂਰੀ ਤਰ੍ਹਾਂ ਤਿਆਰ ਮੰਨਿਆ ਜਾਂਦਾ ਹੈ। ਟੈਕਨੋਲੋਜੀ ਦੇ ਇਸ ਦੌਰ ਵਿੱਚ ਗਲੋਬਲ ਵਿਲੇਜ ਬਣ ਚੁੱਕੀ ਇਸ ਦੁਨੀਆ ਵਿੱਚ ਹੁਣ ਕੋਈ ਵੀ ਯੁੱਧ ਦੋ ਮੁਲਕਾਂ ਦੇ ਵਿਚਾਲੇ ਨਹੀਂ ਹੁੰਦਾ। ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੋਵਾਂ ਧਿਰਾਂ ਵਿੱਚ ਕਈ ਮੁਲਕ ਸ਼ਾਮਲ ਹੁੰਦੇ ਹਨ ਤੇ ਅੱਜ ਕੱਲ ਜੰਗਾਂ ਕੱਲੀਆਂ ਹਥਿਆਰਾਂ ਨਾਲ ਨਹੀਂ, ਸਾਈਬਰ ਵਾਰ ਤੇ ਹੈਕਿੰਗ ਵਰਗੇ ਪਤਾ ਨਹੀਂ ਕਿੰਨੇ ਖੁਰਾਫਾਤੀ ਤਰੀਕੇ ਚੱਲ ਪਏ ਹਨ। ਇਹ ਸਭ ਸਾਡੇ ਫੌਜੀ ਵੀਰ 6 ਮਹੀਨਿਆਂ ਦੇ ਵਿੱਚ ਕਿੱਥੋਂ ਸਿੱਖ ਲੈਣਗੇ, ਉਹ ਵੀ ਇਹੋ ਜਿਹੇ ਸੈਂਸਿਟਿਵ ਜੀਓਪੋਲਿਟੀਕਲ ਏਰੀਆ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ। 7 ਮੁਲਕਾਂ ਨੂੰ ਲੱਗਣ ਵਾਲਾ 1,52,000 ਕਿਲੋਮੀਟਰ ਦਾ ਬਾਰਡਰ ਹੈ ਸਾਡਾ, ਜਿਹਦੇ ਚੋਂ ਇੱਕ ਬਹੁਤ ਵੱਡੇ ਹਿੱਸੇ ਤੇ ਸਾਡੇ ਪੱਕੇ ਦੁਸ਼ਮਣ ਪਾਕਿਸਤਾਨ ਤੇ ਚੀਨ ਕਬਜ਼ਾ ਕਰੀ ਬੈਠੇ ਹਨ, ਜਿੱਥੋਂ ਹਰ ਦਿਨ ਹਿੱਲ-ਜੁਲ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਿਤੇ ਇਹ ਨਾ ਹੋਵੇ ਕਿ ਸਿਰਫ ਟ੍ਰੇਨਿੰਗ ਦੀ ਘਾਟ ਕਰਕੇ 64 ਦੀ ਜੰਗ ਦੀ ਤਰ੍ਹਾਂ ਐਨ ਮੌਕੇ ਤੇ ਸਾਡੇ ਫੌਜੀ ਵੀਰ ਕਮਜ਼ੋਰ ਸਾਬਿਤ ਹੋ ਜਾਣ, ਦੁਸ਼ਮਣ ਸਾਡੇ ਇਲਾਕੇ ਤੇ ਕਬਜ਼ਾ ਕਰ ਲਵੇ ਤੇ ਸਾਡੇ ਅਗਨੀ ਵੀਰਾਂ ਨੂੰ ਜਾਂ ਸ਼ਹੀਦੀਆਂ ਪਾਉਣੀਆਂ ਪੈਣ ਤੇ ਜਾਂ ਜੰਗੀ ਕੈਦੀ ਬਣ ਕੇ ਸਾਰੀ ਉਮਰ ਜੇਲ੍ਹਾਂ ਵਿੱਚ ਨਰਕ ਦੀ ਜ਼ਿੰਦਗੀ ਜਿਉਣੀ ਪਵੇ। ਇਸ ਤੋਂ ਇਲਾਵਾ ਵਨ ਨੇਸ਼ਨ ਵਨ ਆਰਮੀ ਦੇ ਨਾਮ ਤੇ ਜਿਹੜਾ ਰੈਜੀਮੈਂਟ ਸਿਸਟਮ ਤੋੜਿਆ ਜਾ ਰਿਹਾ ਹੈ, ਜਾਣਕਾਰਾਂ ਮੁਤਾਬਕ ਇਹ ਵੀ ਅੱਗੇ ਚੱਲ ਕੇ ਬੜਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਏਸੀ ਕਮਰਿਆਂ 'ਚ ਬਹਿ ਕੇ ਪਲੈਨਿੰਗ ਬਣਾਉਣ ਵਾਲੇ ਕੀ ਜਾਣਨ ਕਿ ਜ਼ਮੀਨੀ ਹਕੀਕਤ ਕੀ ਹੈ, ਇੱਕ ਫੌਜੀ ਦਾ ਕੀ ਜੁੜਾਅ ਹੁੰਦਾ ਹੈ ਆਪਣੀ ਰੈਜੀਮੈਂਟ ਨਾਲ। ਵਰਲਡ ਵਾਰ 2 ਦੀ ਗੱਲ ਹੈ, ਸਿੱਖ ਰੈਜੀਮੈਂਟ ਦੇ ਲਗਭਗ 150 ਜਵਾਨਾਂ ਨੂੰ ਜਰਮਨੀ ਦੇ ਲਾਗੇ ਸ਼ੌਣੀ 'ਚ ਬੈਠਿਆਂ ਨੂੰ ਹੀ ਘੇਰ ਲਿਆ ਗਿਆ। ਗੋਰੇ ਅਫਸਰਾਂ ਨੇ ਸਲਾਹ ਦਿੱਤੀ ਕਿ ਆਪਾਂ ਸਰੈਂਡਰ ਕਰ ਦਈਏ, ਪਰ ਸਿੱਖਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਅੰਤਿਮ ਸਾਹ ਤੱਕ ਜੂਝਣ ਦੀ ਸਿੱਖਿਆ ਦਿੱਤੀ ਹੈ, ਅਸੀਂ ਹਾਰ ਨਹੀਂ ਮੰਨ ਸਕਦੇ। ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਅਰਦਾਸ ਕੀਤੀ ਗਈ ਤੇ ਉਹ ਗੋਰੇ ਅਫਸਰ ਵੀ ਸਿਰ ਢੱਕ ਕੇ ਸ਼ੌਣੀ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਵਿੱਚ ਸ਼ਾਮਲ ਹੋਏ ਤੇ ਫਿਰ ਸਿੰਘਾਂ ਨੇ ਐਸਾ ਹਮਲਾ ਕੀਤਾ ਕਿ ਜੰਗ ਦਾ ਪਾਸਾ ਪਲਟ ਕੇ ਰੱਖ ਦਿੱਤਾ। ਇਹ ਜਜ਼ਬਾ, ਇਹ ਪ੍ਰੇਰਨਾ ਫੌਜੀ ਵੀਰਾਂ ਨੂੰ ਆਪਣੀ ਰੈਜੀਮੈਂਟ ਦੀਆਂ ਪਰੰਪਰਾਵਾਂ ਚੋਂ ਹੀ ਮਿਲ ਰਹੀ ਸੀ। ਇਸੇ ਤਰ੍ਹਾਂ ਹੀ ਹਰ ਰੈਜੀਮੈਂਟ ਦਾ ਆਪਣਾ ਮਾਣ-ਮਤਾ ਇਤਿਹਾਸ ਤੇ ਪਰੰਪਰਾ ਹੁੰਦੀ ਹੈ। ਰੈਜੀਮੈਂਟ ਸਿਸਟਮ ਤੋੜ ਕੇ ਅਸੀਂ ਉਸ ਇਤਿਹਾਸ ਤੇ ਕਾਂਟਾ ਨਹੀਂ ਮਾਰ ਸਕਦੇ। ਇਸੇ ਲਈ ਜਦੋਂ ਇਹ ਸਕੀਮ ਲਾਂਚ ਕੀਤੀ ਗਈ ਤਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਇਹਦੇ ਖਿਲਾਫ ਵਿਰੋਧ ਦੀਆਂ ਖਬਰਾਂ ਸਾਹਮਣੇ ਆਈਆਂ, ਪਰ ਕੀ ਕੋਈ ਇਹੋ ਜਿਹਾ ਰਸਤਾ ਨਹੀਂ ਸੀ ਜਿਹਦੇ ਨਾਲ ਦੇਸ਼ ਦੇ ਯੁਵਾਵਾਂ ਤੇ ਸਰਕਾਰ ਦੇ ਵਿਚਾਲੇ ਦਾ ਰਾਹ ਕੱਢਿਆ ਜਾ ਸਕੇ। ਅਗਨੀਵੀਰ ਦਾ 4 ਸਾਲ ਵਾਲਾ ਮਾਡਲ ਅਪਣਾਉਣ ਤੋਂ ਪਹਿਲਾਂ ਸਰਕਾਰ ਨੇ ਹੋਰ ਕਈ ਤਰ੍ਹਾਂ ਦੇ ਮਾਡਲਾਂ ਤੇ ਵਿਚਾਰ ਕਰਕੇ ਦੇਖਿਆ। ਉਹ ਮਾਡਲ ਕਿਹੜੇ-ਕਿਹੜੇ ਸਨ, ਆਓ ਦੇਖਦੇ ਹਾਂ। ਪਹਿਲਾ ਹੈ ਟੈਰੀਟੋਰੀਅਲ ਆਰਮੀ। ਇਸ ਮਾਡਲ ਵਿੱਚ ਫੌਜ ਨੂੰ ਸਿਰਫ ਟ੍ਰੇਨਿੰਗ ਦੇ ਲਈ ਹੀ ਭਰਤੀ ਕੀਤਾ ਜਾਂਦਾ ਹੈ। ਟ੍ਰੇਨਿੰਗ ਤੋਂ ਬਾਅਦ ਆਪੋ ਆਪਣੀ ਜ਼ਿੰਦਗੀ ਜੀਣ ਲਈ ਘਰੋਂ ਘਰੀ ਭੇਜ ਦਿੱਤਾ ਜਾਂਦਾ ਹੈ ਤੇ ਇਹ ਫੌਜ ਰਿਜ਼ਰਵ ਫੌਜ ਦੇ ਰੂਪ ਵਿੱਚ ਕੰਮ ਕਰਦੀ ਹੈ। ਨਾ ਉਹਨਾਂ ਦੀ ਕੋਈ ਤਨਖਾਹ ਤੇ ਨਾ ਕੋਈ ਹੋਰ ਖਰਚ, ਤੇ ਫਿਰ ਜੰਗ ਲੱਗਣ ਤੇ ਜਾਂ ਕੋਈ ਹੋਰ ਲੋੜ ਪੈਣ ਤੇ ਹੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਕੰਮ ਦੇ ਮੁਤਾਬਕ ਤਨਖਾਹ ਦਿੱਤੀ ਜਾਂਦੀ ਹੈ। ਦੂਸਰਾ ਮਾਡਲ ਹੈ ਇਨਵੈਂਸ ਇੰਡਕਸ਼ਨ। ਇਸ ਮਾਡਲ ਵਿੱਚ ਆਰਮੀ ਦੇਸ਼ ਦੀਆਂ ਦੂਸਰੀਆਂ ਸੁਰੱਖਿਆ ਏਜੰਸੀਆਂ ਜਿਵੇਂ ਕਿ BSF, CRPF ਜਾਂ ਫਿਰ ਕਿਸੇ ਵੀ ਸਟੇਟ ਦੀ ਪੁਲਿਸ ਦੇ ਚੋਟੀ ਦੇ ਜਵਾਨਾਂ ਨੂੰ 5 ਸਾਲਾਂ ਲਈ ਆਪਣੇ ਅੰਡਰ ਲੈ ਲੈਂਦੀ ਹੈ। ਸੇਮ ਫੀਲਡ ਦੇ ਹੋਣ ਕਰਕੇ ਇਹਨਾਂ ਜਵਾਨਾਂ ਦੀ ਟ੍ਰੇਨਿੰਗ ਕਰਾਉਣ 'ਚ ਵੀ ਕੋਈ ਬਾਹਲੀ ਔਖਾਈ ਨਹੀਂ ਆਉਂਦੀ। ਆਰਮੀ ਇਹਨਾਂ ਤੋਂ 5 ਸਾਲਾਂ ਲਈ ਸੇਵਾ ਲੈਂਦੀ ਹੈ ਤੇ ਬਾਅਦ 'ਚ ਆਪੋ ਆਪਣੇ ਡਿਪਾਰਟਮੈਂਟ 'ਚ ਵਾਪਸ ਭੇਜ ਦਿੰਦੀ ਹੈ। ਤੇ ਜੇ ਕੋਈ ਪੈਨਸ਼ਨ ਮੰਗਦਾ ਤਾਂ ਕਹਿੰਦੇ ਕਿ ਆਪਣੇ ਡਿਪਾਰਟਮੈਂਟ ਤੋਂ ਜਾ ਕੇ ਮੰਗੋ ਜਿੱਥੋਂ ਦੇ ਤੁਸੀਂ ਰੈਗੂਲਰ EMPLOYEE ਹੋ। ਅਸੀਂ ਤਾਂ ਸਗੋਂ ਤੁਹਾਨੂੰ ਹੋਰ ਨਿਖਾਰ ਕੇ ਬਹੁਤ ਕੁਝ ਸਿਖਾ ਕੇ ਵਾਪਸ ਭੇਜ ਰਹੇ ਹਾਂ ਤੇ ਜਿੰਨਾ ਚਿਰ ਤੁਹਾਡੇ ਤੋਂ ਕੰਮ ਲਿਆ ਉਨੇ ਚਿਰ ਦੀ ਤਨਖਾਹ ਤੁਹਾਨੂੰ ਦੇ ਚੁੱਕੇ ਹਾਂ। ਇਸ ਤਰੀਕੇ ਨਾਲ ਦੂਸਰੇ ਡਿਪਾਰਟਮੈਂਟ ਤੇ ਵੀ ਕੋਈ ਬਾਹਲਾ ਬੋਝ ਨਹੀਂ ਪੈਂਦਾ, ਕਿਉਂਕਿ ਜਿਹੜੇ ਜਵਾਨ ਉਹਨਾਂ ਨੇ ਭਰਤੀ ਕੀਤੇ ਸੀ ਉਹਨਾਂ ਨੂੰ ਪੈਨਸ਼ਨ ਤਾਂ ਦੇਣੀ ਹੀ ਸੀ। ਇਸ ਤੋਂ ਇਲਾਵਾ ਇੱਕ ਹੋਰ ਮਾਡਲ ਹੁੰਦਾ ਹੈ ਮੈਂਡੇਟਰੀ ਸਰਵਿਸ। ਇਸ ਮਾਡਲ ਵਿੱਚ ਦੇਸ਼ ਦੇ ਕਿਸੇ ਵੀ ਵਸਨੀਕ ਨੂੰ 2 ਸਾਲ ਤੱਕ ਆਰਮੀ ਦੀ ਟ੍ਰੇਨਿੰਗ ਲੈਣਾ ਕੰਪਲਸਰੀ ਹੁੰਦਾ ਹੈ, ਪਰ ਭਾਰਤ ਵਿੱਚ ਇੱਕ ਜਵਾਨ ਦੀ ਟ੍ਰੇਨਿੰਗ ਤੇ ਲੱਖਾਂ ਰੁਪਈਆਂ ਦਾ ਖਰਚ ਆਉਂਦਾ ਹੈ ਤੇ 125 ਕਰੋੜ ਦੀ ਆਬਾਦੀ ਵਾਲੇ ਇਸ ਮੁਲਕ ਵਿੱਚ ਇਹ ਮਾਡਲ ਪ੍ਰੈਕਟੀਕਲ ਨਹੀਂ ਹੈ। ਤੇ ਐਂਡ ਵਿੱਚ ਹੈ ਟੂਰ ਆਫ ਡਿਊਟੀ। ਇਹ ਉਹੀ ਮਾਡਲ ਹੈ ਜੋ ਸਰਕਾਰ ਨੇ ਹੁਣ ਚੁਣਿਆ ਹੈ। ਥੋੜੇ ਬਹੁਤੇ ਫੇਰਬਦਲ ਦੇ ਨਾਲ ਇਹ ਸਾਰੇ ਮਾਡਲ ਹੀ ਕਿਸੇ ਨਾ ਕਿਸੇ ਦੇਸ਼ ਨੇ ਅਪਣਾਏ ਹੋਏ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੋਂ ਕਿਹੜਾ ਮਾਡਲ ਸਾਡੇ ਦੇਸ਼ ਵਿੱਚ ਜ਼ਿਆਦਾ ਕਾਰਗਰ ਸਾਬਿਤ ਹੁੰਦਾ? ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਦੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।